ਹੈਲੋ ਗਾਇਸ, ਵੈਲਕਮ ਟੂ ਆਰ YouTube ਚੈਨਲ। ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਰਾਈਟਿੰਗ ਟਾਸਕ 1 ਦੀ ਇੱਕ ਟਾਈਪ ਪਾਈ ਚਾਰਟ। ਪਾਈ ਚਾਰਟ ਕੀ ਹੁੰਦਾ ਹੈ? ਆਪਾਂ ਨੂੰ ਕੀ ਆ, ਤੁਹਾਨੂੰ ਜੋ ਸਰਕਲ ਦੇ ਵਿੱਚ ਦਿਖ ਰਹੇ ਆ ਨਾ, ਉਹਨਾਂ ਨੂੰ ਪਾਈ ਚਾਰਟ ਕਹਿੰਦੇ ਆ। ਠੀਕ ਆ, ਇਹਦੇ ਵਿੱਚ ਆਪਾਂ ਨੂੰ ਜਿਵੇਂ 5 ਤਰ੍ਹਾਂ ਦੇ ਐਨਰਜੀ ਟਾਈਪਸ ਦਿੱਤੇ ਹੋਏ ਆ, ਹਰ ਇੱਕ ਦੇ ਨਾਲ ਕੀ ਆ ਪਰਸੈਂਟੇਜ ਮੈਂਸ਼ਨ ਕੀਤੀ ਹੋਈ ਆ। ਸੋ ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਹੈਡਿੰਗ। The pie charts below show the comparison of different kinds of energy production of France in 2 years। ਹੁਣ ਇੱਥੇ 2 ਪਾਈ ਚਾਰਟ ਆ, ਇਸ ਕਰਕੇ ਉਹਨਾਂ ਨੇ ਪਾਈ ਚਾਰਟਸ ਲਿਖਿਆ ਹੈ। ਸ਼ੋ ਦੇ ਨਾਲ ਉਹਨਾਂ ਨੇ ਇਸ ਕਰਕੇ ਨਹੀਂ ਲਗਾਇਆ ਕਿਉਂਕਿ ਪਾਈ ਚਾਰਟਸ ਨੇ। ਜੇ ਇੱਕ ਇਕੱਲਾ ਪਾਈ ਚਾਰਟ ਹੁੰਦਾ ਫਿਰ ਸ਼ੋ ਦੇ ਨਾਲ ਐਸ ਲੱਗਣਾ ਸੀ। ਸੋ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਪਾਈ ਚਾਰਟ ਕਰਦੇ ਪਏ ਹੋ, ਜੇ ਤਾਂ ਇੱਕ ਪਾਈ ਚਾਰਟ ਆ, ਫਿਰ ਜਿੱਦਾਂ ਆਪਾਂ ਸ਼ੋ ਲਿਖਦੇ ਹਾਂ, ਇਲਸਟ੍ਰੇਟ ਲਿਖਦੇ ਹਾਂ, ਹਾਈਲਾਈਟ ਲਿਖਦੇ ਹਾਂ, ਇਹਨਾਂ ਦੇ ਨਾਲ ਕੀ ਆ ਐਸ ਲੱਗੇਗੀ। ਜੇਕਰ 2 ਪਾਈ ਚਾਰਟ ਨੇ ਜਾਂ 3 ਪਾਈ ਚਾਰਟ ਨੇ ਫਿਰ ਪਾਈ ਚਾਰਟਸ ਹੋ ਜਾਊਗਾ। ਸ਼ੋ, ਇਲਸਟ੍ਰੇਟ, ਹਾਈਲਾਈਟ ਇਹ ਐਜ਼ ਇਟ ਇਜ਼ ਰਹਿਣਗੇ, ਇਹਨਾਂ ਦੇ ਨਾਲ ਐਸ ਨਹੀਂ ਲੱਗੂਗੀ। ਸਟੇਟਮੈਂਟ ਨੂੰ ਜੇ ਆਪਾਂ ਪੰਜਾਬੀ 'ਚ ਟਰਾਂਸਲੇਟ ਕਰੀਏ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜਿਹੜੇ 2 ਪਾਈ ਚਾਰਟਸ ਦਿੱਤੇ ਹੋਏ ਨੇ ਉਹ ਕੀ ਕੰਪੈਰੀਜ਼ਨ ਕਰਦੇ ਪਏ ਆ, ਡਿਫਰੈਂਟ ਕਾਈਂਡਸ ਆਫ ਐਨਰਜੀ ਪ੍ਰੋਡਕਸ਼ਨ। ਕਿਹਦੇ ਵਿੱਚ? ਫਰਾਂਸ ਦੇ ਵਿੱਚ। ਕਿ ਫਰਾਂਸ ਦੇ ਵਿੱਚ ਐਨਰਜੀ ਨੂੰ ਪ੍ਰੋਡਿਊਸ ਕਰਨ ਵਾਲੇ ਕਿਹੜੇ ਕਿਹੜੇ ਸੋਰਸ ਆ, ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਕੀ ਆ ਫਰਾਂਸ ਦੇ ਵਿੱਚ ਐਨਰਜੀ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ। ਹੁਣ ਆਪਾਂ ਨੂੰ ਜਿਹੜਾ ਡੇਟਾ ਦਿੱਤਾ ਹੈ ਉਹ ਦਿੱਤਾ ਹੈ 2 ਸਾਲ ਦਾ ਡੇਟਾ, ਮਤਲਬ ਜਿਹੜੀ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਆ ਉਹਨੂੰ ਡੇਟਾ ਕਹਿੰਦੇ ਆ। ਦਿੱਤਾ ਕਿਹਦੇ ਵਿੱਚ ਆ? 2 ਸਾਲ। 2 ਸਾਲ ਕਿਹੜੇ ਕਿਹੜੇ ਆ? 1995 ਅਤੇ 2005। ਸਭ ਤੋਂ ਪਹਿਲਾਂ ਦੇਖਦੇ ਆਪਾਂ ਫਾਰਮੈਟ ਕਿ ਰਾਈਟਿੰਗ ਟਾਸਕ ਨੂੰ ਲਿਖੀਦਾ ਕਿਵੇਂ ਆ। ਇਹਦੇ ਉੱਪਰ ਮੈਂ ਇੱਕ ਸਪੈਸ਼ਲ ਵੀਡੀਓ ਬਣਾਈ ਹੋਈ ਆ ਕਿ ਰਾਈਟਿੰਗ ਟਾਸਕ ਵਿੱਚ ਕਿਹੜੇ ਕਿਹੜੇ ਪੁਆਇੰਟਸ ਹੁੰਦੇ ਆ, ਉਹਨੂੰ ਲਿਖਣਾ ਕਿਵੇਂ ਆ। ਸੋ ਇਨ ਬਰੀਫ ਮੈਂ ਐਕਸਪਲੇਨ ਕਰ ਦਿੰਦੀ ਹਾਂ ਕਿ ਰਾਈਟਿੰਗ ਟਾਸਕ 1 ਦੇ ਵਿੱਚ ਆਪਾਂ 4 BP ਬਣਾਉਣੇ ਹੁੰਦੇ ਆ। ਸਭ ਤੋਂ ਪਹਿਲਾਂ ਇੰਟਰੋਡਕਸ਼ਨ, ਫਿਰ ਬੋਡੀ ਪੈਰਾਗ੍ਰਾਫ 1, ਬੋਡੀ ਪੈਰਾਗ੍ਰਾਫ 2 ਅਤੇ ਲਾਸਟ ਵਿੱਚ ਓਵਰਆਲ। ਇੰਟਰੋਡਕਸ਼ਨ ਦੀ ਸਟਾਰਟਿੰਗ ਲਾਈਨ, ਦ ਰੈਂਡਡ ਪਾਈ ਚਾਰਟਸ ਹਾਈਲਾਈਟ ਦ ਡੇਟਾ ਅਬਾਊਟ। ਇੱਥੋਂ ਤੱਕ ਤੁਸੀਂ ਕੀ ਕਰਨਾ ਹੈ, ਹਰ ਇੱਕ ਪਾਈ ਚਾਰਟ 'ਤੇ ਇਹ ਲਾਈਨ ਐਜ਼ ਇਟ ਇਜ਼ ਲਿਖ ਸਕਦੇ ਹੋ। ਪਾਈ ਚਾਰਟ ਹੋ ਗਿਆ, ਬਾਰ ਗ੍ਰਾਫ ਹੋ ਗਿਆ, ਲਾਈਨ ਗ੍ਰਾਫ ਹੋ ਗਿਆ। ਠੀਕ ਆ, ਤੁਸੀਂ ਇਹਨਾਂ ਦੇ ਵਿੱਚ ਕੀ ਹੈ ਇਹ ਲਾਈਨ ਨੂੰ ਅਬਾਊਟ ਤੱਕ ਐਜ਼ ਇਟ ਇਜ਼ ਲਿਖ ਸਕਦੇ ਹੋ। ਫਿਰ ਅੱਗੇ ਆ ਦ ਪ੍ਰਪੋਰਸ਼ਨ ਆਫ 5 ਕਾਈਂਡਸ ਆਫ ਐਨਰਜੀ ਫਾਰਮੇਸ਼ਨ ਇਨ ਫਰਾਂਸ ਇਨ 1995 ਐਂਡ 2005। ਦੇਖੋ ਸਟੇਟਮੈਂਟ ਦੇ ਵਿੱਚ ਲਿਖਿਆ ਦਾ ਪਾਈ ਚਾਰਟਸ, ਆਪਾਂ ਕੀ ਲਿਖਤਾ? ਦੀ ਰੈਂਡਡ ਪਾਈ ਚਾਰਟਸ। ਰੈਂਡਡ ਦਾ ਮਤਲਬ ਗਿਵਨ। ਬਿਲੋ ਸ਼ੋ, ਆਪਾਂ ਸ਼ੋ ਦੀ ਜਗ੍ਹਾ ਕੀ ਲਿਖਤਾ? ਹਾਈਲਾਈਟ। ਹਾਈਲਾਈਟ ਕੀ ਕਰਦਾ ਪਿਆ? ਡੇਟਾ। ਕਿਹਦੇ ਬਾਰੇ? ਅਬਾਊਟ। ਹੁਣ ਉਹਨਾਂ ਨੇ ਕੰਪੈਰੀਜ਼ਨ ਆਫ ਡਿਫਰੈਂਟ ਲਿਖਿਆ। ਹੁਣ ਆਪਾਂ ਨੂੰ ਪਤਾ ਹੈ ਕਿ ਇਹ ਪਰਸੈਂਟੇਜ ਦੇ ਵਿੱਚ ਆ ਡੇਟਾ ਆਪਾਂ ਨੂੰ ਜੋ ਦਿੱਤਾ ਹੋਇਆ ਹੈ। ਪਰਸੈਂਟੇਜ ਦਾ ਸਿਨੋਨਿਮ ਆ ਪ੍ਰਪੋਰਸ਼ਨ। ਆਪਾਂ ਇੱਥੇ ਪਰਸੈਂਟੇਜ ਵੀ ਲਿਖ ਸਕਦੇ ਸੀ ਕਿਉਂਕਿ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਪਰਸੈਂਟੇਜ ਵਰਡ ਯੂਜ਼ ਨਹੀਂ ਕੀਤਾ। ਆਪਾਂ ਕੀ ਉਹਦਾ ਸਿਨੋਨਿਮ ਯੂਜ਼ ਕਰ ਲਿਆ? ਪ੍ਰਪੋਰਸ਼ਨ। ਉਹਨਾਂ ਨੇ ਕਹਿਤਾ ਡਿਫਰੈਂਟ ਕਾਈਂਡਸ ਆਫ ਐਨਰਜੀ, ਆਪਾਂ ਕੀ ਲਿਖਤਾ? 5 ਟਾਈਪਸ ਆਫ ਐਨਰਜੀ। ਉੱਥੇ ਲਿਖਿਆ ਪ੍ਰੋਡਕਸ਼ਨ, ਆਪਾਂ ਪ੍ਰੋਡਕਸ਼ਨ ਦਾ ਸਿਨੋਨਿਮ ਯੂਜ਼ ਕਰਤਾ ਫਾਰਮੇਸ਼ਨ। ਉਹਨਾਂ ਨੇ ਲਿਖਿਆ ਆਫ ਫਰਾਂਸ ਅਤੇ ਆਪਾਂ ਨੇ ਕੀ ਲਿਖਤਾ? ਇਨ ਫਰਾਂਸ। ਹੈਗਾ ਤੇ ਫਰਾਂਸ ਦੇ ਵਿੱਚ ਹੀ ਆ। ਉਹਨਾਂ ਨੇ ਲਿਖਿਆ ਇਨ 2 years, ਆਪਾਂ ਈਅਰਸ ਦੱਸ ਦਿੱਤੇ ਕਿ ਕਿਹੜੇ ਕਿਹੜੇ ਆ। ਸੋ ਤੁਸੀਂ ਕੰਪੈਰੀਜ਼ਨ ਕਰਕੇ ਦੇਖਿਓ ਕਿ ਇੰਟਰੋਡਕਸ਼ਨ ਦੇ ਵਿੱਚ ਆਪਾਂ ਕੀ ਆ ਸਿਨੋਨਿਮਸ ਯੂਜ਼ ਕੀਤੇ ਹੋਏ ਆ। ਠੀਕ ਹੈ, ਇਸ ਤਰੀਕੇ ਦੇ ਨਾਲ ਹੀ ਤੁਸੀਂ ਜਿਹੜਾ ਵਰਡ ਉੱਥੇ ਦਿੱਤਾ ਆ ਉਹਦਾ ਸਿਨੋਨਿਮ ਲਿਖ ਦੇਣਾ ਹੈ, ਮਤਲਬ ਸਮਾਨਾਰਥਕ ਸ਼ਬਦ ਲਿਖ ਦੇਣਾ ਹੈ। ਮੈਂ ਇੰਟਰੋ ਨੂੰ ਇੱਕ ਵਾਰੀ ਫੇਰ ਡਿਕਟੇਟ ਕਰਦੀ ਹਾਂ। The randed pie charts highlight the data about the proportion of 5 types of energy formation in France in 1995 and 2005। ਕਿ ਜਿਹੜੇ ਪਾਈ ਚਾਰਟਸ ਦਿੱਤੇ ਹੋਏ ਨੇ ਉਹ ਹਾਈਲਾਈਟ ਕਰਦੇ ਪਏ ਨੇ, ਦਰਸਾ ਰਹੇ ਨੇ, ਪ੍ਰੈਜ਼ੈਂਟ ਕਰ ਰਹੇ ਨੇ ਡੇਟਾ ਕਿਹਦੇ ਬਾਰੇ? 5 ਤਰ੍ਹਾਂ ਦੇ ਐਨਰਜੀ ਬਾਰੇ। ਕਿੱਥੇ ਆ ਜਿਹੜੀ ਐਨਰਜੀ ਪ੍ਰੋਡਕਸ਼ਨ ਹੁੰਦੀ ਹੈ, ਐਨਰਜੀ ਜਿਹੜੀ ਪ੍ਰੋਡਿਊਸ ਹੁੰਦੀ ਆ, ਬਣਨ ਦੀ ਆ ਫਰਾਂਸ ਦੇ ਵਿੱਚ 2 ਸਾਲਾਂ ਦੇ ਵਿੱਚ। 2 ਸਾਲ ਕਿਹੜੇ ਨੇ? 1995 ਐਂਡ 2005। ਸੋ ਇਹ ਹੀ ਆਪਣੀ ਇੰਟਰੋਡਕਸ਼ਨ। ਨੈਕਸਟ ਆ ਗਿਆ ਆਪਣੇ ਕੋਲ ਬੋਡੀ ਪੈਰਾਗ੍ਰਾਫ 1।
ਬੋਡੀ ਪੈਰਾਗ੍ਰਾਫ 1 ਦੇ ਵਿੱਚ ਜਦੋਂ ਆਪਾਂ ਸਟਾਰਟਿੰਗ ਲਾਈਨ ਮਤਲਬ ਸਟਾਰਟ ਕਿੱਥੋਂ ਕਰਨਾ ਹੈ, ਕਨੈਕਟਰ ਤੋਂ। ਅਤੇ ਜਿਵੇਂ ਮੈਂ ਦੱਸਿਆ ਹੈ ਕਿ ਇੰਟਰੋਡਕਸ਼ਨ ਦਾ ਤੁਸੀਂ ਜਿਹੜੀ ਇੱਕ ਲਾਈਨ ਪੱਕੀ ਕਿਸੇ ਵੀ ਟਾਸਕ 1 ਦੇ ਵਿੱਚ ਲਿਖ ਸਕਦੇ ਹੋ, ਉਵੇਂ ਹੀ ਬੋਡੀ ਪੈਰਾਗ੍ਰਾਫ 1 ਦੇ ਵਿੱਚ ਤੁਸੀਂ ਇੱਕ ਲਾਈਨ ਪੱਕੀ ਲਿਖ ਸਕਦੇ ਹੋ, ਇਨ ਡਿਟੇਲਡ ਵਿਊ ਕੌਮਾ ਐਜ਼ ਪਰ ਦ ਗਿਵਨ ਇਨਫੋਰਮੇਸ਼ਨ ਕੌਮਾ। ਇੰਨੀ ਲਾਈਨ ਆਪਾਂ ਕਿਸੇ ਵੀ ਟਾਸਕ 1 ਦੇ ਵਿੱਚ ਲਿਖ ਸਕਦੇ ਹਾਂ। ਉਸ ਤੋਂ ਬਾਅਦ ਜਿਹੜੇ ਵੀ ਆਪਾਂ ਨੂੰ ਈਅਰ ਦਿੱਤੇ ਹੋਏ ਆ ਉਹ ਆਪਾਂ ਨੇ ਮੈਂਸ਼ਨ ਕਰਨਾ ਹੈ, ਮਤਲਬ ਉਸ ਤੋਂ ਬਾਅਦ ਆਪਾਂ ਆਪਣਾ ਟਾਸਕ ਲਿਖਣਾ ਸਟਾਰਟ ਕਰ ਦੇਣਾ ਹੈ। ਸੋ ਹੁਣ ਆਪਣੇ ਕੋਲ 2 ਈਅਰ ਦਿੱਤੇ ਹੋਏ ਨੇ, ਫਿਰ ਆਪਾਂ ਉਹਨਾਂ ਨੂੰ ਮੈਂਸ਼ਨ ਕਰਨਾ ਹੈ। ਇਨ 1995 ਕੌਮਾ ਐਨਰਜੀ ਪ੍ਰੋਡਿਊਸਡ ਬਾਈ ਕੋਲ ਵਾਜ਼ 29.80%। ਕਹਿੰਦੇ ਆ ਕਿ 1995 ਦੇ ਵਿੱਚ ਜਿਹੜੀ ਐਨਰਜੀ ਕੋਇਲੇ ਤੋਂ ਪ੍ਰੋਡਿਊਸ ਹੋਈ ਆ ਉਹ ਕਿੰਨੀ ਸੀ, 29.80%। ਐਂਡ ਇਟ ਇਨਕਲਾਈਨਡ ਸਲਾਈਟਲੀ ਇਨ 2005 ਟੂ 30.93%। ਇਨਕਲਾਈਨ ਦਾ ਮਤਲਬ ਆ ਵਧਣਾ, ਇਨਕਰੀਜ਼ ਦਾ ਸਿਨੋਨਿਮ ਯੂਜ਼ ਕੀਤਾ ਹੋਇਆ, ਸਲਾਈਟਲੀ ਮਤਲਬ ਬਹੁਤ ਥੋੜ੍ਹਾ। ਇਟ ਇਨਕਲਾਈਨ ਸਲਾਈਟਲੀ ਇਨ 2005 ਜਿਹਦਾ ਮਤਲਬ ਇਹ ਹੈ ਕਿ ਥੋੜ੍ਹਾ ਜਿਹਾ ਵਧਿਆ 2005 ਦੇ ਵਿੱਚ, ਕਿੱਥੋਂ ਤੱਕ ਵੱਧ ਕੇ ਕਿੱਥੋਂ ਤੱਕ ਪਹੁੰਚ ਗਿਆ 30.93%। ਠੀਕ ਆ, ਇਹ ਸੀ ਆਪਾਂ ਕੋਲ ਬਾਰੇ ਐਕਸਪਲੇਨ ਕੀਤਾ। ਸੋ ਆਪਣਾ ਇੱਕ ਪੁਆਇੰਟ ਕੀ ਆ, ਕਲੀਅਰ ਹੋ ਗਿਆ। ਨੈਕਸਟ ਫਿਰ ਆਪਾਂ ਕੀ ਲਗਾਵਾਂਗੇ, ਕਨੈਕਟਰ, ਵੇਅਰ ਐਜ਼ ਜਿੱਥੇ ਕਿ the amount of gas generated in initial year was। ਕਹਿੰਦੇ ਕਿ ਜਿਹੜੀ ਗੈਸ ਦੀ ਅਮਾਊਂਟ ਜਨਰੇਟ ਹੋਈ, ਪ੍ਰੋਡਿਊਸ ਹੋਈ, ਪੈਦਾ ਹੋਈ ਇਨੀਸ਼ੀਅਲ ਈਅਰ। ਇੱਥੇ ਹੁਣ ਮੈਂ 1995 ਦੀ ਜਗ੍ਹਾ ਕੀ ਲਿਖਤਾ, ਇਨੀਸ਼ੀਅਲ ਈਅਰ ਮਤਲਬ ਪਹਿਲੇ ਸਾਲ ਦੇ ਵਿੱਚ, ਉਹ ਹੈਗੀ ਹੀ 29.63%। ਵਿਚ ਦੈਨ ਐਸਕਲੇਟਡ, ਜਿਹੜੀ ਕਿ ਬਾਅਦ ਵਿੱਚ ਕੀ ਆ, ਐਸਕਲੇਟਡ ਦਾ ਮਤਲਬ ਹੁੰਦਾ ਵਧਣਾ। ਵਿਚ ਦੈਨ ਐਸਕਲੇਟਡ ਬਾਏ, ਹੁਣ ਕਿੰਨੇ % ਵਾਧਾ ਹੋਇਆ ਹੈ ਉਹ ਦੱਸਿਆ ਹੋਇਆ ਮੈਂ ਕਿ 0.68% ਕੀ ਆ, ਵਧੀ ਆ ਲਾਸਟ ਈਅਰ। ਹੁਣ 2005 ਦੀ ਜਗ੍ਹਾ ਕੀ ਲਿਖਤਾ ਹੈ, ਲਾਸਟ ਈਅਰ। ਫਿਰ ਤੋਂ ਦੱਸਦੀ ਹਾਂ ਕਿ ਜਿਹੜੀ ਗੈਸ ਜਨਰੇਟ ਹੋਈ ਆ 1995 ਜਿਹਦਾ ਮੈਂ ਲਿਖਿਆ ਹੋਇਆ ਇਨੀਸ਼ੀਅਲ ਈਅਰ, ਉਹ ਹੈਗੀ ਹੀ 29.63%। ਜਿਹੜੀ ਬਾਅਦ ਵਿੱਚ ਵਧੀ, ਕਿੰਨੀ ਵਧੀ, 0.68%। ਲਾਸਟ ਈਅਰ ਦੀ ਜਗ੍ਹਾ ਲਿਖਿਆ 2005। ਹੁਣ ਮੈਂ ਇਹ ਨਹੀਂ ਲਿਖਿਆ ਗੈਸ ਕਿੱਥੋਂ ਤੱਕ ਪਹੁੰਚ ਗਈ, ਜਿਵੇਂ 30.31% ਲਿਖਿਆ ਨਾ, ਮੈਂ ਉਹ ਨਹੀਂ ਲਿਖਿਆ, ਮੈਂ ਇਹ ਲਿਖਿਆ ਕਿ ਕਿੰਨੇ % ਵਧੀ ਆ। ਸੋ ਜਦੋਂ ਵੀ ਆਪਾਂ ਰਾਈਟਿੰਗ ਟਾਸਕ ਲਿਖਦੇ ਹਾਂ, ਆਪਾਂ ਵੇਰੀਏਸ਼ਨ ਲਿਆਉਣੀ ਹੁੰਦੀ ਆ ਕਿ ਸੇਮ ਤਰੀਕੇ ਦੀਆਂ ਲਾਈਨਸ ਨਹੀਂ ਲਿਖਣੀਆਂ ਹੁੰਦੀਆਂ, ਭਾਵੇਂ ਥੋੜ੍ਹੀ ਵੇਰੀਏਸ਼ਨ ਲਿਆਈਏ, ਜ਼ਿਆਦਾ ਵੇਰੀਏਸ਼ਨ ਲਿਆਈਏ, ਵੇਰੀਏਸ਼ਨ ਲੈ ਕੇ ਆਉਣੀ ਆ। ਮਤਲਬ ਸੇਮ ਲਾਈਨਸ ਨਹੀਂ ਲਿਖੀ ਜਾਣੀਆਂ ਕਿ ਜਿਵੇਂ ਪਹਿਲਾਂ ਆਪਾਂ ਕੋਲ ਨੂੰ ਐਕਸਪਲੇਨ ਕੀਤਾ ਉੱਦਾਂ ਹੀ ਲਿਖ ਦਿਓ, ਨਹੀਂ, ਆਪਾਂ ਕੀ ਉਹਦੇ ਵਿੱਚ ਚੇਂਜਸ ਲੈ ਕੇ ਆਉਣੇ ਹੁੰਦੇ ਆ। ਫਿਰ ਕਿ ਜਦੋਂ ਨੈਕਸਟ ਪੁਆਇੰਟ ਆਪਾਂ ਐਕਸਪਲੇਨ ਕਰਿਆ, ਆਪਾਂ ਫਿਰ ਕਨੈਕਟਰ ਲਾਇਆ, ਹਾਊਐਵਰ ਪਰ petro source of energy was only one type of energy which declined in 2005। ਕਹਿਣ ਦਾ ਮਤਲਬ ਕਿ ਜਿੰਨੀਆਂ ਵੀ ਐਨਰਜੀ ਇੱਥੇ ਦਿੱਤੀਆਂ ਹੋਈਆਂ ਹੈ, ਚਾਹੇ ਕੋਲ ਆ, ਗੈਸ ਆ, ਉਹਦੇ ਵਿੱਚੋਂ ਪੈਟਰੋ ਸਿਰਫ ਇੱਕ ਅਜਿਹੀ ਐਨਰਜੀ ਆ ਜਿਹੜੀ ਕਿ 2005 ਦੇ ਵਿੱਚ ਘਟੀ ਆ। ਬਾਕੀ ਸਾਰੀਆਂ ਐਨਰਜੀਸ ਕੀ ਆ, ਦੇਖੋ ਵਧੀਆਂ ਹੈ, ਉਹਨਾਂ ਦੀ ਪਰਸੈਂਟੇਜ ਕੀ ਆ 2005 ਦੇ ਵਿੱਚ ਜਾ ਕੇ ਵਧੀ ਆ, ਚਾਹੇ ਥੋੜ੍ਹੀ ਵਧੀ ਆ ਚਾਹੇ ਵੱਧ ਵਧੀ ਆ, ਪਰ ਵਧੀ ਜ਼ਰੂਰ ਆ। ਬਟ ਪੈਟਰੋ ਇੱਕ ਹੀ ਐਨਰਜੀ ਆ ਜਿਹੜੀ ਕਿ 2005 ਦੇ ਵਿੱਚ ਜਾ ਕੇ ਡਿਕਰੀਜ਼ ਹੋ ਗਈ ਹੈ, ਮਤਲਬ ਘੱਟ ਗਈ ਆ। 2005 ਦੇ ਵਿੱਚ ਕੀ ਆ, ਪੈਟਰੋ ਐਨਰਜੀ ਘੱਟ ਗਈ ਆ। ਕਿੰਨੇ ਤੋਂ ਘਟੀ ਆ, ਫਰੋਮ 29.27% ਜਿਹੜੀ ਵੈਲਿਊ ਹੈਗੀ ਸੀ 1995 ਦੇ ਵਿੱਚ, ਅਤੇ ਕਿੱਥੋਂ ਤੱਕ ਪਹੁੰਚ ਗਈ ਹੈ 19.55% ਇਨ 2005। ਸੋ ਦੇਖੋ ਜਿੰਨੀਆਂ ਵੀ ਮੈंने ਲਾਈਨਸ ਲਿਖੀਆਂ ਹੋਈਆਂ ਸਾਰਿਆਂ ਦੇ ਵਿੱਚ ਕੀ ਵੇਰੀਏਸ਼ਨ ਆ, ਇੱਕ ਅਲੱਗ ਤਰੀਕੇ ਦੇ ਨਾਲ ਇੱਕ ਇੱਕ ਪੁਆਇੰਟ ਨੂੰ ਐਕਸਪਲੇਨ ਕੀਤਾ ਗਿਆ। ਸੋ ਤੁਸੀਂ ਵੀ ਵੇਰੀਏਸ਼ਨ ਦੇ ਉੱਪਰ ਵੀ ਫੋਕਸ ਕਰਨਾ ਹੈ। ਇਨਕਰੀਜ਼ ਦਾ ਸਿਨੋਨਿਮਸ ਇਨਕਲਾਈਨ ਯੂਜ਼ ਕੀਤਾ ਹੋਇਆ ਹੈ, ਐਸਕਲੇਟਡ ਯੂਜ਼ ਕੀਤਾ ਹੋਇਆ ਹੈ,
डिक्रीज का सिनोनिम डिक्लाइन यूज़ किया होया है। कोई भी कनैक्ट रिपीट नहीं होया, कोई भी वर्ड रिपीट नहीं होया। सो यूज़ मोर सिनोनिम्स। सिनोनिम्स ਵੱਧ ਤੋਂ ਵੱਧ यूज़ करने ਆ, वेरीएशन लैके आनी है राइटिंग टास्क ਦੇ ਵਿੱਚ। ਨੈਕਸਟ ਹੈਗਾ ਹੁਣ ਆਪਣਾ ਬੋਡੀ ਪੈਰਾਗ੍ਰਾਫ 2। ਇਹਦੀ ਸਟਾਰਟਿੰਗ ਵੀ ਆਪਾਂ ਇੱਕ ਕਨੈਕਟਰ ਦੇ ਨਾਲ ਕਰਨੀ ਆ, ਪ੍ਰੋਬਿੰਗ ਫਰਦਰ। ਠੀਕ ਹੈ, ਉਸ ਤੋਂ ਬਾਅਦ ਆਪਣੇ ਪੁਆਇੰਟਸ ਲਿਖਣੇ ਆਪਾਂ ਸਟਾਰਟ ਕਰ ਦੇਣੇ ਆ। ਪ੍ਰੋਬਿੰਗ ਫਰਦਰ ਕੌਮਾ ਇਨ ਦ ਏਰੀਆ ਆਫ ਨਿਊਕਲੀਅਰ, ਕਿ ਨਿਊਕਲੀਅਰ ਦੀ ਜੇ ਆਪਾਂ ਗੱਲ ਕਰੀਏ, देयर वॉज एन अप्रॉक्सीमेट 5% ग्रोथ, कि लगभग 5%, पूरे 5% नहीं ही। ਹੁਣ ਦੇਖੋ ਨਿਊਕਲੀਅਰ ਦੇ ਵਿੱਚ 6.40% ਤੋਂ ਲੈ ਕੇ 10.10% ਹੋਇਆ, ਮਤਲਬ ਅਪਰੋਕਸੀਮੇਟਲੀ ਕੀ ਆ 5%। ਪੂਰਾ 5% ਨਹੀਂ ਹੋਇਆ, ਬਟ ਆਪਾਂ ਓਵਰਆਲ ਕਰਕੇ ਇਸ ਕਰਕੇ ਆਪਾਂ ਅਪਰੋਕਸੀਮੇਟ ਵਰਡ ਯੂਜ਼ ਕੀਤਾ। ਜਦੋਂ ਕੋਈ ਵੀ ਪਰਸੈਂਟੇਜ ਜਿਵੇਂ ਆਪਣਾ ਕੋਈ 3.7% ਆ, 3.8% ਆ, ਅਤੇ ਆਪਾਂ ਉਹਨੂੰ ਜੇਕਰ ਆਪਾਂ 4 ਲਿਖਣਾ ਨਾ, 4% ਲਿਖਣਾ ਹੈ, ਜਾਂ ਤਾਂ ਆਪਾਂ ਵਰਡ ਯੂਜ਼ ਕਰ ਲਾਂਗੇ ਅਪਰੋਕਸੀਮੇਟ ਜਾਂ ਆਲਮੋਸਟ ਜਾਂ ਅਬਾਊਟ। ਸੋ ਜਦੋਂ ਐਗਜ਼ੈਕਟ ਵੈਲਿਊ ਨਾ ਦਿੱਤੀ ਹੋਵੇ, ਆਪਾਂ ਕੀ ਹੈ 3 ਵਰਡਸ ਯੂਜ਼ ਕਰਕੇ ਕਿ ਉਹਨੂੰ ਓਵਰਆਲ ਕਰ ਸਕਦੇ ਹਾਂ। ਸੋ probing further, in the area of nuclear, there was an approximate 5% growth in the production of energy from 6.40% in the former year to 10.10% in 2005। ਹੁਣ ਦੇਖੋ ਕਿ 5% ਆਲਮੋਸਟ, ਪੂਰੇ ਐਗਜ਼ੈਕਟ 5% ਨਹੀਂ ਆ, ਆਲਮੋਸਟ 5% ਗਰੋਥ ਹੋਈ ਆ ਕਿਹਦੇ ਵਿੱਚ, ਐਨਰਜੀ ਨੂੰ ਜਿਹੜਾ ਪ੍ਰੋਡਿਊਸ ਕਰਨ 'ਤੇ ਆ। ਫਰੋਮ ਮਤਲਬ ਹੁਣ ਆਪਾਂ ਦੱਸਤਾ ਫਾਰਮਰ ਈਅਰ ਮਤਲਬ 1995। ਹੁਣ 1995 ਨਹੀਂ ਲਿਖਿਆ ਇੱਥੇ, ਨਾ ਹੀ ਮੈਨੇ ਕੀ ਲਿਖਿਆ ਇਨੀਸ਼ੀਅਲ ਈਅਰ, ਇੱਥੇ ਲਿਖਿਆ ਫਾਰਮਰ ਈਅਰ ਮਤਲਬ ਜਿਹੜਾ ਪਹਿਲਾ ਸਾਲ ਸੀ। ਅਤੇ ਕਿੱਥੋਂ ਤੱਕ ਪਹੁੰਚ ਗਿਆ 10.10% ਦੇ ਵਿੱਚ ਇਨ 2005। ਫਿਰ ਕੀ ਯੂਜ਼ ਕਰ ਲਿਆ ਆਪਾਂ ਇੱਕ ਕਨੈਕਟਰ ਵਾਈਲ। Contribution of other type of energy was about 5% of the total proportion, which after a decade reached to almost 1/10 of total। While ਦਾ ਮਤਲਬ ਆ ਜਦ ਕਿ, ਕੰਟਰੀਬਿਊਸ਼ਨ ਮਤਲਬ ਯੋਗਦਾਨ, ਯੋਗਦਾਨ ਜਿਹੜੇ ਹੋਰ ਅਦਰ ਟਾਈਪ ਆਫ ਐਨਰਜੀ ਸੋਰਸਿਸ ਆ ਉਹਦਾ ਹੈਗਾ ਅਬਾਊਟ 5%। ਇੱਥੇ ਉਹਨਾਂ ਨੇ ਲਿਖਿਆ ਨਾ 4.90, ਆਪਾਂ ਉਹਨੂੰ ਓਵਰਆਲ ਕਰਕੇ ਮਤਲਬ ਰਾਊਂਡ ਆਫ ਕਰਕੇ ਆਪਾਂ ਉਹਨੂੰ ਕੀ ਲਿਖ ਲਿਆ 5%। 5% ਕੀ ਹੈ, ਜਿੰਨੀ ਵੀ ਟੋਟਲ ਪ੍ਰਪੋਰਸ਼ਨ ਆ, ਟੋਟਲ ਪ੍ਰਪੋਰਸ਼ਨ ਕੀ ਆ 100% ਹੀ ਆ। ਜਿੰਨੇ ਵੀ ਪਾਈ ਚਾਰਟ ਆ, ਜਿੱਦਾਂ ਹੁਣ ਪਹਿਲਾ ਪਾਈ ਚਾਰਟ ਜਿਹੜਾ 1995 ਦਾ, ਉਹਦਾ ਟੋਟਲ ਕਰਕੇ ਵੇਖ ਲਓ 100% ਆਊਗਾ। ਜਿਹੜਾ ਕਿ ਬਾਅਦ ਵਿੱਚ ਆਫਟਰ ਅ ਡਿਕੇਡ ਮਤਲਬ ਇੱਕ ਡਿਕੇਡ ਕਿੰਨੇ ਸਾਲ ਹੁੰਦੇ ਉਹਦੇ ਵਿੱਚ 10 ਸਾਲ। ਆਫਟਰ ਅ ਡਿਕੇਡ ਹੁਣ ਇੱਥੇ ਮੈਂ 2005 ਨਹੀਂ ਲਿਖਿਆ, ਮੈਂ ਕਿਹਾ ਕਿ ਸਭ ਤੋਂ ਪਹਿਲਾਂ ਜਿਹੜਾ ਕੰਟਰੀਬਿਊਸ਼ਨ ਸੀ ਅਦਰ ਸੋਰਸਿਸ ਦਾ ਉਹ ਹੈਗਾ ਹੀ 5%। ਜਿਹੜਾ 10 ਸਾਲ ਬਾਅਦ ਕੀ ਆ ਆਲਮੋਸਟ 1/10 ਆਫ ਟੋਟਲ ਉਹ ਰੀਚ ਕਰ ਜਾਂਦਾ ਹੈ। 1/10 ਮਤਲਬ 10%। ਹੁਣ 1/10 ਨੂੰ ਮੈਂ 10% ਕਿਵੇਂ ਕਾਊਂਟ ਕਰਦੀ ਹਾਂ, 10th ਦਾ ਮਤਲਬ ਕੀ ਆ 100 ਨੂੰ 10 ਹਿੱਸਿਆਂ 'ਚ ਡਿਵਾਈਡ ਕਰ ਦਿਓ, ਅਤੇ ਇੱਥੇ ਆਪਾਂ ਕੀ ਆ 10% ਦੀ ਗੱਲ ਕਰਨ ਦੇ ਹਾਂ। ਸੋ 10% ਕੀ ਆ 100 ਦਾ ਇੱਕ ਪਾਰਟ ਆ। ਸੋ 100 ਨੂੰ ਆਪਾਂ 10 ਹਿੱਸਿਆਂ 'ਚ ਵਿੱਚ ਕਰਤਾ ਕਨਵਰਟ, ਠੀਕ ਆ 10% 10% ਇੱਦਾਂ ਕਰਕੇ ਉਹਨੂੰ 10 ਹਿੱਸਿਆਂ 'ਚ ਵੰਡਤਾ। ਹੁਣ ਆਪਣੇ ਕੋਲ ਕੀ ਹੈ ਇੱਕ 10% ਆ। ਸੋ 10 ਹਿੱਸਿਆਂ ਦੇ ਵਿੱਚੋਂ ਆਪਣੇ ਕੋਲ ਕੀ ਹੈ ਇੱਕ ਹਿੱਸਾ ਆ ਗਿਆ, ਸੋ ਉਹਦਾ ਕੀ ਲਿਖ ਦਾਂਗੇ 1, ਅਤੇ ਹਿੱਸੇ ਕਿੰਨੇ ਆ 10th। ਸੋ ਇਸ ਕਰਕੇ ਆ ਗਿਆ 1/10 ਆਫ ਟੋਟਲ। ਸੋ ਇਹ ਸੀ ਆਪਣਾ ਬੋਡੀ ਪੈਰਾਗ੍ਰਾਫ ਸੈਕਿੰਡ। ਇੱਕ ਗੱਲ ਹੋਰ, ਜਦੋਂ ਤੁਸੀਂ ਲਿਖ ਰਹੇ ਹੋ ਟਾਸਕ
ਉਦੋਂ ਉੱਪਰ ਤੁਸੀਂ ਇਹ ਕੁਛ ਨਹੀਂ ਲਿਖਣਾ ਬੋਡੀ ਪੈਰਾਗ੍ਰਾਫ 2 ਬੋਡੀ ਪੈਰਾਗ੍ਰਾਫ 1 ਜਾਂ ਇੰਟਰੋਡਕਸ਼ਨ, ਸਿੱਧਾ ਲਿਖੀ ਜਾਣਾ ਹੈ। ਸਟਾਰਟ ਕਰਨਾ ਆਪਾਂ ਦ ਰੈਂਡਡ ਪਾਈ ਚਾਰਟ ਤੋਂ, ਫਿਰ ਸੈਕਿੰਡ ਬੀਪੀ ਸਟਾਰਟ ਕਰਨਾ ਹੈ ਇਨ ਡਿਟੇਲਡ ਵਿਊ ਤੋਂ, ਥਰਡ ਬੀਪੀ ਸਟਾਰਟ ਕਰਨਾ ਹੈ ਪ੍ਰੋਬਿੰਗ ਫਰਦਰ। ਆ ਹੈਡਿੰਗਸ ਨਹੀਂ ਡਾਲਨੇ, ਇਹ ਸਿਰਫ ਮੈਂ ਤੁਹਾਨੂੰ ਸਮਝਾਉਣ ਦੇ ਲਈ ਡਾਲ ਰਹੀ ਹਾਂ ਹੈਡਿੰਗਸ। ਲਾਸਟ 'ਤੇ ਆ ਗਿਆ ਆਪਣਾ ਓਵਰਆਲ, ਕਿ ਮਤਲਬ ਆਪਾਂ ਓਵਰਆਲ ਦੇ ਵਿੱਚ ਦੱਸਣਾ ਹੁੰਦਾ ਹੈ ਕਿ ਕਿਹੜੀ ਚੀਜ਼ ਹਾਈਐਸਟ ਹੀ ਦੋਨਾਂ ਸਾਲਾਂ ਦੇ ਵਿੱਚ ਜਾਂ ਲੋਐਸਟ ਹੀ। ਇਹਦੇ ਵਿੱਚ ਆਪਾਂ ਕੋਈ ਵੀ ਮੈਥ ਨਹੀਂ ਲਿਖਣਾ, ਚਾਹੇ ਉਹ ਈਅਰ ਆ ਚਾਹੇ ਪਰਸੈਂਟੇਜ ਆ, ਮੈਥ ਕੁਛ ਵੀ ਨਹੀਂ ਲਿਖਣਾ ਆਪਾਂ ਇਹਦੇ ਵਿੱਚ। ਓਵਰਆਲ ਇਨ ਬੋਥ ਈਅਰਸ, ਹੁਣ ਕੀ ਹੈ ਦੋਨਾਂ ਸਾਲਾਂ ਦੇ ਵਿੱਚ। ਦ ਮੋਸਟ ਸਿਗਨੀਫਿਕੈਂਟ, ਸਭ ਤੋਂ ਇੰਪੋਰਟੈਂਟ ਸੋਰਸ ਆਫ ਐਨਰਜੀ ਕਿਹੜੇ ਸੀ, ਕੋਲ ਅਤੇ ਗੈਸ, ਕਿਉਂਕਿ ਇਹਨਾਂ ਦੀ ਸਭ ਤੋਂ ਜ਼ਿਆਦਾ ਹਾਈਐਸਟ ਪਰਸੈਂਟੇਜ ਹੀ ਦੋਨਾਂ ਸਾਲਾਂ ਦੇ ਵਿੱਚ। ਵਾਈਲ nuclear and other kinds of energy generated the least amount of energy, ਜਦ ਕਿ ਨਿਊਕਲੀਅਰ ਅਤੇ ਜਿਹੜੇ ਹੋਰ ਤਰ੍ਹਾਂ ਦੇ ਐਨਰਜੀ ਸੋਰਸਿਸ ਹੀ ਉਹ ਸਭ ਤੋਂ ਘੱਟ ਸੀ। ਸੋ ਇਹ ਸੀ ਆਪਣਾ ਰਾਈਟਿੰਗ ਟਾਸਕ। ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਵੀਡੀਓ ਅੱਛੀ ਲੱਗੀ ਤਾਂ ਲਾਈਕ ਬਟਨ ਜ਼ਰੂਰ ਪ੍ਰੈਸ ਕਰਿਓ। ਥੈਂਕ ਯੂ, ਹੈਵ ਅ ਗੁੱਡ ਡੇ।